पंजाब कांग्रेस के प्रधान नवजोत सिंह सिद्धू ने प्रैस कॉन्फ्रेंस दौरान पंजाब ਅਤੇ इंडस्ट्री ਲਈ ਵੱਡੇ ਐਲਾਨ ਕੀਤੇ। नवजोत सिद्धू ने कहा कि मोहाली पंजाब ਦਾ ਭਵਿੱਖ ਹੈ ਅਤੇ ਇਸ ਨੂੰ ਪੰਜਾਬ ਦਾ IT ਹੱਬ ਬਣਾਇਆ ਜਾਵੇਗਾ। ਨਾਲ ਹੀ ਉਹਨਾਂ ਕਿਹਾ ਕਿ ਲੁਧਿਆਣਾ ਨੂੰ ਵੀ ਨੰਬਰ 1 ਬਣਾਇਆ ਜਾਵੇਗਾ। ਤੁਸੀਂ ਮੋਹਾਲੀ ਦੇ ਆਲੇ ਦੁਆਲੇ ਕਾਲਜ ਦੇਖੋ, ਤੁਸੀਂ ਉਹਨਾਂ ਦੀ ਸਪੈਸ਼ਲਿਟੀ ਦੇਖੋ, ਤੁਸੀਂ ਉਹਨਾਂ ਦੀ ਲੀਗ ਦੇਖੋ। It will be the education hub and the new technology and advanced machinery cluster for Punjab. This is going to be the foremost investment that Punjab sees in the near future, with close proximity to a very well-designed airport. We see Mohali as the engine driver of Punjab. और मैं छाती ठोक के कह सकता, Mohali will be the Silicon Valley of North India. ਲੁਧਿਆਣਾ ਇਹਨੂੰ ਮੈਨਚੈਸਟਰ ਕਿਹਾ ਜਾਂਦਾ, ਬਿਜ਼ਨਸ ਸੈਂਟਰ ਕਿਹਾ ਜਾਂਦਾ। ਮੈਂ ਇੱਕ ਟਵੀਟ ਵੀ ਪਾਇਆ ਸੀ, ਤੁਸੀਂ ਸਾਰੇ ਅਵਗਤ ਹੋ। ਨੌਜਵਾਨ ਖਾਸ ਤੌਰ ਤੇ ਉਸ ਟਵੀਟ ਦੇ ਨਾਲ ਬੜੇ ਪ੍ਰਸੰਨ ਹੋਏ। ਆਈ ਗॉट ਅ ਟ੍ਰੀਮੈਂਡਸ ਰਿਸਪੌਂਸ। ਦਿਸ ਵਾਸ ਬਿਕੋਜ਼ ਮੈਂ ਇਹ ਸੋਚ ਰੱਖਿਆ ਸੀ ਪਹਿਲਾਂ, ਕਿੰਨਿਆਂ ਵਰਕਰਾਂ ਨਾਲ ਡਿਸਕਸ਼ਨ ਕੀਤੀ, ਲੁਧਿਆਣੇ ਦੇ ਕਿੰਨੇ ਲੋਕਾਂ ਨਾਲ, ਕਿੰਨੇ ਇੰਡਸਟਰੀਅਲਿਸਟਾਂ ਨਾਲ ਡਿਸਕਸ਼ਨ ਕੀਤੀ। ਲੁਧਿਆਣਾ will be the hub of electrical vehicles. New EV and semiconductor policy to make Punjab hub of EV and semiconductor business. That is what we foresee for the cluster in Ludhiana. Environment sustainability, ਉੱਥੇ bicycle industry ਹੈ, ਅਸੀਂ ਉੱਥੇ ਬੈਟਰੀ ਇੰਡਸਟਰੀ ਨਾਲ ਲੈ ਕੇ ਆਵਾਂਗੇ। It already exists. We will facilitate it. Why can't electric vehicles be formed in Punjab, and why can't the government facilitate it? We'll be the first customer of EV scooties that we are going to give to college girls. And when I say EV scooties, ਤੁਸੀਂ ਦੇਖੋ ਸਭ ਤੋਂ ਵੱਡੀ ਚਿੰਤਾ ਮਾਂ-ਬਾਪ ਨੂੰ ਕਾਲਜ ਗੋਇੰਗ ਗਰਲਸ ਦੀ ਰਹਿੰਦੀ ਹੈ। ਉਹ ਮਹਿਫੂਜ਼ ਰਹਿਣਗੀਆਂ, ਉਹਨਾਂ ਦੇ ਸਵਾਭਿਮਾਨ ਤੇ ਉਹਨਾਂ ਦੀ ਛੇੜਛਾੜ, ਉਹਨਾਂ ਦੀ ਬੱਸਾਂ ਦਾ ਟਰੈਵਲ, ਉਹਨਾਂ ਦਾ ਤੁਰ ਕੇ ਜਾਣਾ। ਐਂਡ ਇਟ ਇਜ਼ ਬਹੁਤ ਸਸਤੀਆਂ ਕਲਸਟਰ ਦੇ ਵਿੱਚ ਤੁਸੀਂ ਇਹਦੀ ਪ੍ਰੋਡਕਸ਼ਨ ਕਰ ਸਕਦੇ ਹੋ ਜੀ। ਹੈਂਡਲੂਮ ਐਂਡ ਗਾਰਮੈਂਟਸ ਕਲਸਟਰ, ਆਟੋਟੈਕ ਕਲਸਟਰ, ਫਾਊਂਡਰੀ ਕਲਸਟਰ, ਟੂਲਸ ਐਂਡ ਸਪੇਅਰ ਪਾਰਟਸ, ਨਿਊ EV ਐਂਡ ਸੈਮੀਕੰਡਕਟਰ ਪਾਲਿਸੀ, ਪੰਜਾਬ ਹੱਬ ਆਫ EV ਐਂਡ ਸੈਮੀਕੰਡਕਟਰ ਪਾਲਿਸੀ। ਲੁਧਿਆਣੇ ਨੂੰ ਦੁਬਾਰਾ ਕਾਂਗਰਸ ਪਾਰਟੀ ਔਰ ਪੰਜਾਬ ਸਰਕਾਰ ਅਗਰ ਆਉਂਦੀ ਹੈ ਤੇ ਨੰਬਰ 1 ਥਾਂ ਦੇ ਉੱਤੇ ਖੜਾ ਕਰਾਂਗੇ। ਦਿਸ ਇਜ਼ ਆਰ ਪਲਾਨ। ਪੰਜਾਬ ਵਿੱਚ ਬੀਤੇ ਦਿਨੀ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਸਿਆਸੀ ਘਮਾਸਾਨ ਮਚਿਆ ਹੋਇਆ ਹੈ। ਇਸ ਬਾਰੇ ਵੱਡੇ ਖੁਲਾਸੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਚੰਨੀ ਤੇ ਨਿਸ਼ਾਨਾ ਸਾਧਿਆ। ਮਜੀਠੀਆ ਨੇ ਕਿਹਾ ਕਿ ਸਾਰੇ SSP ਅਤੇ DC ਵੀ ਚੰਨੀ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੇ ਹਨ। ਹੈਡ ਆਨ ਲੈ ਕੇ ਉਹਦੇ ਤੇ ਕਾਰਵਾਈ ਕਰਨ ਦੀ ਜਗ੍ਹਾ ਅੱਜ ਕਿਵੇਂ ਚੰਨੀ, ਹਨੀ ਤੇ ਮਨੀ ਇਸ ਕੰਮ ਨੂੰ ਕਾਂਗਰਸ ਪਾਰਟੀ ਸਰਪ੍ਰਸਤੀ ਦੇ ਰਹੀ ਹੈ। ਔਰ ਮੈਂ ਕਹਿ ਸਕਦਾ ਕਿ ਕਾਂਗਰਸ ਦਾ C is for Congress, C is for Channi and C is for corruption. 3 C's ਤੇ ਇਹਨਾਂ ਦੀ ਸਾਰੀ ਪੋਲਿਟਿਕਸ, ਰਾਜਨੀਤੀ ਨਿਰਭਰ ਹੋ ਕੇ ਰਹਿ ਗਈ। ਮੈਨੂੰ ਬੜੀ ਹੈਰਾਨਗੀ ਹੋਈ ਕਿ ਮਸਲਾ ਕੀ ਹੈ। ਮਸਲਾ ਹੈ ਅਬਾਊਟ ਇਲੀਗਲ ਮਾਈਨਿੰਗ, ਔਰ ਇਹ ਮਸਲਾ ਹੈ ਕਿ 1000 ਕਰੋੜ ਤੋਂ ਵੱਧ ਦੀ ਖਜ਼ਾਨੇ ਦੀ ਲੁੱਟ ਦਾ। ਔਰ ਇਹ ਮਸਲਾ ਹੈ ਕਿ ਕਿਵੇਂ ਇਹ ਪੈਸਾ ਕੁਝ ਕਾਂਗਰਸੀ ਲੀਡਰ, ਮੰਤਰੀ ਸਾਹਿਬਾਨ ਜਿਨ੍ਹਾਂ ਤੇ ਵੱਡੇ ਆਰੋਪ ਸੀ, ਉਹ ਵਾਪਸ ਕੈਬਨਿਟ 'ਚ ਆਉਂਦੇ ਨੇ, ਇਹ ਮੁੱਦੇ ਬਣਦੇ ਆ। ਮਗਰ ਕਿਵੇਂ ਕਾਂਗਰਸ, ਮੈਂ ਤਾਂ ਕਹੂੰਗਾ ਪੈਸੇ ਲੈ ਕੇ ਫਿਰ ਸਵੀਪਸ ਇਟ ਅੰਡਰ ਦ ਕਾਰਪੇਟ। ਔਰ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਇਹ ਗੱਲ ਕਹਿਣੀ ਕਿ ਜੀ ਸੈਂਟਰਲ ਏਜੰਸੀ ਦਾ ਮਿਸਯੂਜ਼ ਹੋ ਰਿਹਾ।
ਤੁਸੀਂ ਇਹ ਗੱਲ ਕਰਨ ਤੋਂ ਪਹਿਲਾਂ ਕਾਂਗਰਸ ਪਾਰਟੀ ਇਹ ਸਵਾਲ ਕਰਦੀ ਕਿ 10 ਕਰੋੜ ਕੈਸ਼, 12 ਲੱਖ ਦੀ ਰੋਲੈਕਸ ਦੀ ਘੜੀ, 55 ਕਰੋੜ ਦਾ ਮਨੀ ਟ੍ਰੇਲ, 21 ਲੱਖ ਦੀ ਜੁਐਲਰੀ ਭੁਪਿੰਦਰ ਸਿੰਘ ਹਨੀ ਜਿਹਦੀ ਕੀ ਆ, ਉਹਦੀ ਹੈਸੀਅਤ ਕੀ ਆ, ਉਹਦੀ ਔਕਾਤ ਕੀ, ਉਹਦੀ ਇੰਟਰੋਡਕਸ਼ਨ ਕੀ ਹੈ, ਕਿ ਉਹਦੀ ਇਹ ਇੰਟਰੋਡਕਸ਼ਨ ਹੈ that he is only and only ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਲੀ ਦਾ ਮੁੰਡਾ, ਹੋਰ ਉਹਦੀ ਕੋਈ ਇੰਟਰੋਡਕਸ਼ਨ ਨਹੀਂ। ਔਰ ਇੱਕ ਜਿਹਦੀ ਆਪ ਦਾ ਕੋਈ ਤੁਸੀਂ ਪਿਛਲਾ ਲੰਮਾ ਰਿਕਾਰਡ ਵੇਖੋ ਕਿ ਪੰਜਾਬ 'ਚ ਤੁਸੀਂ ਕਦੇ ਇਹ ਸੁਣਿਆ ਕਿ ਕਿਸੇ ਬਿਜ਼ਨਸਮੈਨ ਦੇ ਘਰ ਵੀ ਰੇਡ ਹੋਈ ਆ ਜਿਹੜੇ ਵੱਡੇ ਵੱਡੇ ਕਰੋੜਾਂ ਦੇ ਕਾਰੋਬਾਰ ਕਰਦੇ ਆ? ਅੱਜ ਤੱਕ ਇਹ ਖਬਰ ਮੈਨੂੰ ਮੈਂ ਰੀਕਲੈਕਟ ਕਰਨ ਦੀ ਕੋਸ਼ਿਸ਼ ਕੀਤੀ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਆਪ ਸੰਸਦ ਭਗਵੰਤ ਮਾਨ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਗਵੰਤ ਮਾਨ ਵੱਲੋਂ ਮੱਥਾ ਟੇਕਿਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ, ਜਿਸ ਤੋਂ ਬਾਅਦ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ। ਕੀ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ, ਆਓ ਸੁਣਦੇ ਹਾਂ। अरविंद केजरीवाल जी ने मेरे च प्रगट किया है, मैं वो विश्वास से पूरा उतरन लई मैं अज दरबार साहब आया नतमस्तक होण आशीर्वाद लैन कि परमात्मा जिस लड़ाई नूं असीं लड़ रहे हैं पंजाब नूं दुबारे पंजाब बनाउण दी, ਉਹਦੇ ਵਿੱਚ उस लड़ाई च सानू समर्थ बख्शे, बल बख्शे, अंग अंग सहाई होवे। तो यही अरदास की है कि पंजाब दे भले दी अरदास की है कि खुशहाल पंजाब सानू आने वाले दिनों च देखने नूं मिले। यही अरदास की है, गुरुआं तो आशीर्वाद लिया। ਚਰਨਜੀਤ ਚੰਨੀ ਨੇ ਤੁਹਾਨੂੰ ਚੈਲੰਜ ਕੀਤਾ ਕਿ ਚਮਕੌਰ ਸਾਹਿਬ ਦੇ ਵਿੱਚ ਮਾਨ ਸਾਹਿਬ ਮੇਰੇ ਅਗੇਂਸਟ ਆ ਕੇ ਲੜਨ। ਚਰਨਜੀਤ ਚੰਨੀ ਸਾਹਿਬ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਰਿਜ਼ਰਵ ਸੀਟ ਹੈ। ਮੈਂ ਉਹਨਾਂ ਨੂੰ ਕਹਿਣਾ ਉਹ ਆ ਜਾਣ, ਧੂਰੀ ਆ ਜਾਣ, ਵੈਲਕਮ। ਮੈਂ ਰਿਜ਼ਰਵ ਸੀਟ ਚਮਕੌਰ ਸਾਹਿਬ ਤੋਂ ਕਿਵੇਂ ਲੜ ਸਕਦਾ? ਨਾ ਹੀ ਕੇਜਰੀਵਾਲ ਸਾਹਿਬ ਲੜ ਸਕਦੇ। ਜੇ ਉਹਨਾਂ ਨੂੰ ਮੇਰੇ ਨਾਲ ਲੜਨ ਦਾ ਸ਼ੌਕ ਹੈ, ਚਾਹ ਹੈ, ਕੋਈ ਗੱਲ ਨਹੀਂ, ਡੈਮੋਕ੍ਰੇਸੀ ਹੈ, ਤੇ ਉਹ ਧੂਰੀ ਆਉਣ ਤੇ ਆਪਾਂ ਦੇਖ ਲਾਂਗੇ। ਆਮ ਆਦਮੀ ਪਾਰਟੀ ਨੇ ਬਦਲਾਵ ਦੀ ਗੱਲ ਕੀਤੀ ਸੀ, ਪਰ 32 ਦਾਗੀ ਕੈਂਡੀਡੇਟ ਨੇ, 30 ਕੈਂਡੀਡੇਟ ਇਹੋ ਜਿਹੇ ਜਿਹੜੇ ਬਾਹਰੋਂ ਆਏ ਨੇ। ਜਲੰਧਰ ਦੀ ਗੱਲ ਕਰੀ, ਅੰਮ੍ਰਿਤਸਰ ਦੀ ਗੱਲ ਕਰੀ, ਕੋਈ ਏਦਾਂ ਦਾ ਸਬੂਤ ਨਹੀਂ, ਕੋਈ ਏਦਾਂ ਦਾ ਕੇਸ ਨਹੀਂ। ਆਪਾਂ ਦਰਬਾਰ ਸਾਹਿਬ ਸਾਹਮਣੇ ਖੜੇ ਆ, ਆਪਾਂ ਰਾਜਨੀਤੀ ਗੱਲਾਂ ਕਦੇ ਫੇਰ ਕਰ। ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਹੁਸ਼ਿਆਰਪੁਰ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਆਪ ਉਮੀਦਵਾਰਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਨਾਲ ਹੀ ਇਸ ਦੌਰਾਨ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨਹੀਂ ਹੁੰਦੀ ਤਾਂ ਸਿੱਖ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਆਮ ਆਦਮੀ ਪਾਰਟੀ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ। ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਵੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਉੱਤੇ ਕੇਜਰੀਵਾਲ ਕਿਉਂ ਨਹੀਂ ਸਾਈਨ ਕਰ ਰਿਹਾ, ਤੇ 2 ਵਾਰ ਪਹਿਲਾਂ ਵੀ ਉਹ ਰਿਜੈਕਟ ਹੋ ਚੁੱਕੀ ਆ। ਤੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜੇ ਇਹ 26 ਤਰੀਕ ਤੱਕ, ਜੋ ਕਿ ਪੂਰੇ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਆ, ਅਸੀਂ ਵੀ ਉਹਨੂੰ ਫੋਲੋ ਕਰਦੇ ਹੋਏ ਇਹ ਗੱਲ ਕਹੀ ਆ ਵੀ ਜੇ 26 ਤਰੀਕ ਤੱਕ ਉਹ ਸਾਈਨ ਨਹੀਂ ਕਰਦਾ ਤੇ ਇਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਨਹੀਂ ਹੁੰਦੀ ਤੇ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ, ਕੇਜਰੀਵਾਲ ਦੇ ਖਿਲਾਫ ਅਸੀਂ ਜਿਹੜਾ ਆ ਉਹ ਬਹੁਤ ਜ਼ੋਰਦਾਰ ਜਿਹੜਾ ਆ ਉਹਨਾਂ ਦਾ ਵਿਰੋਧ ਕਰਾਂਗੇ ਅਸੀਂ। ਤੇ ਅਸੀਂ ਉਹਨਾਂ ਦੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਇਹਨਾਂ ਦੀ ਭਲਾ ਉਹ ਰਾਘਵ ਚੱਡਾ ਹੋਵੇ, ਭਲਾ ਉਹ ਭਗਵੰਤ ਮਾਨ ਹੋਵੇ, ਭਲਾ ਉਹ ਕੇਜਰੀਵਾਲ ਹੋਵੇ, ਇਹਨਾਂ ਦੀਆਂ ਅਸੀਂ ਇੱਥੇ ਰੈਲੀਆਂ ਨਹੀਂ ਹੋਣ ਦੇਵਾਂਗੇ। ਇਹਦਾ ਅਸੀਂ ਡਟ ਕੇ ਜਿਹੜਾ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਤੁਸੀਂ ਮਿਲੇ ਹੋ ਅੱਜ ਰਵਜੋਤ ਜੀ ਨੂੰ, ਕੀ ਉਹਨਾਂ ਨੇ ਆਸ਼ਵਾਸਨ ਦਿੱਤਾ? ਉਹਨਾਂ ਨੇ ਸਾਰੀ ਜਾਣਕਾਰੀ ਲਈ ਆ, ਉਹ ਕਹਿੰਦੇ ਵੀ ਸਾਡੀ ਗੱਲ ਚੱਲ ਰਹੀ ਆ। ਉਹਨਾਂ ਨੇ ਇਹ ਜਿਹੜੀ ਸਾਈਨ ਵਾਲੀ ਗੱਲ ਆ, ਜਿਹੜੀ ਭਗਵੰਤ ਮਾਨ ਨੇ ਗੱਲ ਕਹੀ ਸੀ ਵੀ LG ਕੋ ਫਾਈਲ ਪਈ ਹੋਈ ਆ, ਉਹਨਾਂ ਨੇ ਉਹਦੇ ਸੰਬੰਧ ਆਪਣਾ ਉਸ ਤਰੀਕੇ ਨਾਲ ਸਪਸ਼ਟੀਕਰਨ ਦਿੱਤਾ। ਪਰ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਉਹਦੇ ਤੱਥ ਆ ਫਿਰ ਉਹ ਜਨਤਕ ਕਰ ਦਿਓ। 2 ਦਿਨ ਹੋ ਗਏ ਆ, ਤੁਸੀਂ ਕੋਈ ਨੰਬਰ ਦਿਖਾਓ,
ਕੋਈ ਕੁਝ ਦੱਸੋ ਵੀ ਉਹ ਫਾਈਲ ਮਤਲਬ ਕਿੱਦਾਂ ਪਈ ਹੋਈ ਆ, ਕੀ ਉਹਦਾ ਨੰਬਰ ਆ, ਡਿਸਪੈਚ ਨੰਬਰ ਜਾਂ ਉਹਨੂੰ ਜਾਰੀ ਕਰੋ, ਫਿਰ ਦਿਖਾਓ ਫਿਰ ਕਿਉਂ ਨੁਕਸਾਨ ਝੱਲਣ ਡਏ ਹੋ ਆ ਤੁਸੀਂ। ਤੇ ਉਹਨਾਂ ਨੇ ਮਤਲਬ ਇਹ ਗੱਲ ਕਹੀ ਆ ਵੀ ਅਸੀਂ ਇੱਕ ਜਿੰਨੀ ਜਲਦੀ ਹੋ ਸਕਦੇ ਉਨੀ ਜਲਦੀ ਅਸੀਂ ਇਹ ਕਰਾਂਗੇ। ਵਾਕਈ ਅੱਜ ਡੈਲੀਗੇਸ਼ਨ ਮਿਲਿਆ ਸੀਗਾ, ਪੰਥਕ ਡੈਲੀਗੇਸ਼ਨ ਸਾਨੂੰ, ਕਿ ਜੋ ਕਨਫਿਊਜ਼ਨ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਸਾਈਨ ਦੇ ਨਾਲ ਉਹਨਾਂ ਦੀ ਰਿਹਾਈ ਰੁਕੀ ਹੋਈ ਆ। ਉਹਨਾਂ ਨੇ ਸਾਨੂੰ ਲੈਟਰਸ ਦਿੱਤੀਆਂ, ਮੈਮੋਰੈਂਡਮ ਦਿੱਤਾ ਹੈਗਾ, ਤੇ ਉਹਦਾ ਪਾਰਟੀ ਵੱਲੋਂ ਵੀ ਬਿਆਨ ਆ ਚੁੱਕਿਆ ਸੀਗਾ। ਜਿਹੜੇ ਗਿਆਸਪੁਰਾ ਸਾਹਿਬ ਸਾਡੇ ਹੈਗੇ ਪਾਰਟੀ ਦੇ ਨੁਮਾਇੰਦੇ ਮਾਨੀਟਰੀ ਵਿੰਗ ਦੇ, ਉਹਨੇ ਕਿਹਾ ਤਾ ਕਿ ਪਾਰਟੀ ਵੱਲੋਂ ਰਿਕਮੈਂਡੇਸ਼ਨ ਹੋ ਚੁੱਕੀ ਹੈ, ਐਲਜੀ ਸਾਹਿਬ ਕੋਲ ਫਾਈਲ ਚਲੇਗੀ ਉਹਨਾਂ ਦੀ ਰਿਹਾਈ ਲਈ। ਪਰ ਫਿਰ ਵੀ ਅਸੀਂ ਆਪਣੇ ਲੈਵਲ ਤੇ ਜਥੇਬੰਦੀਆਂ ਦੀ ਜੋ ਉਹਨਾਂ ਦੀ ਰਿਕੁਐਸਟ ਸੀਗੀ ਅਸੀਂ ਉਹਨਾਂ ਨੂੰ ਮੰਨ ਕੇ ਅਸੀਂ ਜਿੰਨੀ ਛੇਤੀ ਹੁੰਦਾ ਕਿ ਅਸੀਂ ਇਸ ਮੁੱਦੇ ਤੇ ਪਾਰਟੀ ਦਾ ਸਟੈਂਡ ਅਸੀਂ ਕਲੀਅਰ ਕਰਾਵਾਂਗੇ। ਜੇ ਕੋਈ ਦਿੱਕਤ ਆਉਂਦੀ ਤਾਂ ਅਸੀਂ ਜਲਦ ਤੋਂ ਜਲਦ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨਸਾਨੀਅਤ ਦੇ ਤੌਰ ਤੇ ਨਾ, ਪਾਰਟੀ ਦਾ ਬਾਅਦ ਦੀ ਗੱਲ ਹੈਗੀ, ਇਨਸਾਨੀਅਤ ਦੇ ਤੌਰ ਤੇ ਅਸੀਂ ਜਿੰਨੀ ਤੋਂ ਛੇਤੀ ਹੋ ਸਕਦੀ ਉਹਨਾਂ ਦੀ ਰਿਲੀਜ਼ ਰਹੀ ਆਪਾਂ ਕੋਈ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਉਹਨਾਂ ਨੇ 5 ਦਿਨ ਦਾ ਉਹਨਾਂ ਨੇ ਆਪਣੇ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ 5 ਦਿਨ ਦਾ ਅਸੀਂ ਪਾਰਟੀ ਨੂੰ ਟਾਈਮ ਦਿੰਦੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਅਸੀਂ 26 ਤੋਂ ਪਹਿਲਾਂ ਇਸ ਮਸਲੇ ਨੂੰ ਆਪਾਂ ਹੱਲ ਕਰ ਲਈਏ ਆਪਣਾ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਨੇ ਆਪਣੀ ਪਹਿਲੀ ਸੂਚੀ ਦੇ ਵਿੱਚ 35 ਨਾਵਾਂ ਤੇ ਮੁਹਰ ਲਗਾਈ ਹੈ। ਇਸ ਸੂਚੀ ਵਿੱਚ ਉਹਨਾਂ ਨੇ ਦਸੂਹਾ ਤੋਂ ਰਘੂਨਾਥ ਰਾਣਾ ਨੂੰ ਟਿਕਟ ਦਿੱਤੀ ਹੈ। ਇਸੇ ਦੌਰਾਨ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਭਾਜਪਾ ਦੀ ਹਮੇਸ਼ਾ ਸੇਵਾ ਕੀਤੀ ਹੈ ਤੇ ਉਹ ਅੱਗੇ ਵੀ ਕਰਦੇ ਰਹਿਣਗੇ ਅਤੇ ਦਸੂਹਾ ਦਾ ਜਿਹੜਾ ਅਧੂਰਾ ਵਿਕਾਸ ਰਹਿੰਦਾ ਹੈ ਉਹ ਉਸ ਨੂੰ ਆਪਣੀ ਲਗਨ ਤੇ ਇਮਾਨਦਾਰੀ ਨਾਲ ਪੂਰਾ ਕਰਵਾਉਣਗੇ। बहुत खुशी हुंदी है जी कि पार्टी ने मेरे ते कॉन्फिडेंस मेरे ते विश्वास किया है और नैचुरली बहुत फील होता है, बहुत वधिया। किस तरह का लोगों तक जनसंपर्क अभियान रहेगा? देखो लोगों नाल साडा जन संपर्क तो ऑलरेडी हैगा, पिछले 5 साल तो लगे दे मेरा ख्याल है कोई असी पिंड घर नहीं छड्डिया, लेकिन हुण ये जिहड़ा आ सो सारी दुनिया नहीं सॉरी साडा इलाका पूरा जानदा है, मैनू घर घर जा चुके हैं ऑलरेडी हर पिंड च। और हमेशा असी एक मेरा जिहड़ा अपना हैगा एक वो एक बड़ा ईमानदारी वाला मेरा इमेज रखिया मैं, ठीक है। और ईमानदारी मैं कदे कोई इदां दी लाइफ विच काम नहीं किया जिहड़ा कि समाज दे अलग होवे जां कुछ होवे। मैं दुनिया नाल जुड़िया रहा हाँ, लोकां नाल हर घर च हर बंदे नाल हर एक दुख तकलीफ विच भी, और सारे मैनू पहचानते हैं, चंगी तरह जानते हैं, इज्जत करते हैं। और मेरा ख्याल है मेरा अद्धा जन संपर्क तो हो गया, हुण घर घर करांगे सारे टीम दे नाल मिल के घर घर जावांगे। राणा जी इलाके ਦੀਆਂ बहुत सारिया समस्या ਤੁਹਾਡੀ नज़र ਨਾਲ ਕਿਹੜੀਆਂ ਸਮੱਸਿਆ ਹੱਲ ਹੋਣੀਆਂ ਚਾਹੀਦੀਆਂ जो अज तक नहीं ਹੋਈਆਂ? देखो इलाके की सब तो बड़ी समस्या तो हैगी आ जिहड़ियां एक बेसिक हैगियां वो हैगियां जिद्दां पानी की समस्या हो गई तो बिजली की हो गई। दूसरी समस्या हो गई अनएम्पलॉयमेंट जिहड़ी आ। अनएम्पलॉयमेंट च मैं कहना चाहांगा कि मेन साडी एम्पलॉयमेंट हैगी आ फौज च भर्ती होना, तो साडा इलाका भी ज़्यादा फौजियां दा ही हैगा, रिटायर्ड फौजी हैगे जां फौज च हैगे, ਉਹਦੇ 'ਚ जिन्नी क लिमिट हैगी आ उन्नी क एम्पलॉयमेंट हैगी आ, बाकी बच्चे रह जाते हैं। सो ਉਹਦੇ वास्ते भी कोई सोचांगे, कोई इंडस्ट्री के बारे च मैं नहीं कहता कि मैं कल्ला करांगा जां स्टेट गवर्नमेंट कर सकती है। कई चीज़ां होंदियां सेंट्रल गवर्नमेंट के दायरे च आंदियां, कोई ना कोई वड्डी फैक्ट्री की कोशिश करांगा मैं जिहदे नाल 5-10 हज़ार आदमी जिथे कम एम्पलॉयमेंट मिल सके, चाहे लेडीज़ होण जेंट्स होण, तो इदां दी कोई इंडस्ट्री आएगी तदे फायदा। अदरवाइज कोई असी कई बारी कहते जी कोई इंडस्ट्री खोल दिया, ये खोल दिओ, कंपलैक्स खोल दिओ, नहीं इन्हां चीज़ां नाल छोटियां मोटियां इंडस्ट्रियां नाल इधर नहीं चलनियां, तो वड्डी इंडस्ट्री की कोशिश करांगे। बहुत सारे लोग तुहाडे तो नाराज़ भी चल रहे हैं, कुछ ने टिकट अप्लाई भी कीतियां सन, उन्हां नूं नहीं मिलियां, उन्हां नूं किस तरह जोड़िया जाएगा, हुण वापस उन्हां नूं किस तरह घर वापसी होएगी? देखो वो सारे नाल ही हैगे आ, टिकट तो हर बंदा अप्लाई करता है, हर एक दा हक हैगा, तो वो नाल ही हैगे आ, उन्हां दा हक है अप्लाई करना। बाकी पार्टी ने देनी है, किसी एक नूं देनी हुंदी है, वो नैचुरली जिन्होंने मिलनी है सारे उहदे नाल चलदे। हुण जे कोई होर नूं मिल जांदी मैं भी नाल ही चलना सी,